ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਰਾਗ ਦੇ ਅੰਦਰ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। 357 ਅੰਗ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਸ਼ੋਭਿਤ ਬਾਣੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੀ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਨਾ ਕਿਸ ਕਾ ਭੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਭਰਮ ਭੁਲਾਈ। ਸਤਿਗੁਰੂ ਜੀ ਬੈਰਾਗਮਈ ਸ਼ਬਦ ਉਚਾਰਨ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਭਾਈ, ਵਾਸਤਵ ਵਿੱਚ ਨਾ ਹੀ ਕਿਸੇ ਦਾ ਕੋਈ ਪੁੱਤਰ ਹੈ, ਨਾ ਹੀ ਕਿਸੇ ਦੀ ਕੋਈ ਮਾਈ ਮਾਂ ਹੈ। ਐਵੇਂ ਸੰਸਾਰ ਦੇ ਬੇਅਰਥ ਹੀ ਝੂਠੇ ਮੋਹ ਕਰਕੇ ਸਾਰੀ ਸ੍ਰਿਸ਼ਟੀ ਭੁਲੇਖੇ ਵਿੱਚ ਭੁੱਲੀ ਹੋਈ ਹੈ ਕਿ ਇਹ ਮੇਰੀ ਮਾਂ ਹੈ, ਇਹ ਮੇਰਾ ਪੁੱਤਰ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਪਿਛਲੇ ਕਰਮਾਂ ਦੇ ਕਰਕੇ ਇੱਥੇ ਇਕੱਠੇ ਹੋਏ ਹਾਂ। ਪਰਮੇਸ਼ਰ ਨੇ ਮੇਲ ਮਿਲਾਇਆ ਹੈ। ਪਰਮੇਸ਼ਰ ਦੀ ਸਤਾ ਹੋਣ ਕਰਕੇ ਇੱਕ ਦੂਜੇ ਦੇ ਸੰਗੀ ਬਣੇ ਹਾਂ। ਮਹਾਰਾਜ ਜੀ ਕਹਿਣ ਲੱਗੇ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੇ ਭਰਮ ਭੁਲਾਈ। ਸਤਿਗੁਰੂ ਜੀ ਬੈਰਾਗਮਈ ਸ਼ਬਦ ਉਚਾਰਨ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਭਾਈ, ਇਸ ਵਾਸਤਵ ਵਿੱਚ ਨਾ ਕਿਸੇ ਦਾ ਕੋਈ ਪੂਤ ਪੁੱਤਰ ਹੈ, ਨਾ ਕਿਸੇ ਦੀ ਕੋਈ ਮਾਈ ਮਾਂ ਹੈ। ਐਵੇਂ ਸੰਸਾਰ ਦੇ ਬੇਅਰਥ ਹੀ ਝੂਠੇ ਮੋਹ ਕਰਕੇ ਸਾਰੀ ਸ੍ਰਿਸ਼ਟੀ ਭੁਲੇਖੇ ਵਿੱਚ ਭੁੱਲੀ ਹੋਈ ਹੈ। ਅਰਥਾਤ ਕੋਈ ਵੀ ਕਿਸੇ ਦਾ ਪੁੱਤਰ ਜਾਂ ਮਾਂ ਨਹੀਂ, ਸਾਰੀ ਸ੍ਰਿਸ਼ਟੀ ਭਰਮ ਦੀ ਭੁਲਾਈ ਹੋਈ ਝੂਠੇ ਮੋਹ ਵਿੱਚ ਲੱਗੀ ਹੋਈ ਹੈ। ਮੇਰੇ ਸਾਹਿਬ ਹਉ ਕੀਤਾ ਤੇਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਮੇਰੇ ਮਾਲਕ ਅਕਾਲ ਪੁਰਖ, ਹਉ ਕੀਤਾ ਤੇਰਾ, ਹਉ ਮੈਂ ਤੇਰਾ ਤੁਹਾਡਾ ਹੀ ਪੈਦਾ ਕੀਤਾ ਹੋਇਆ ਹਾਂ। ਜਾਂ ਤੂੰ ਦੇਹ ਜਪੀ ਨਾਉ ਤੇਰਾ, ਜਾਂ ਜਦੋਂ ਤੁਸੀਂ ਅੰਮ੍ਰਿਤ ਨਾਮ ਦੀ ਦਾਤ ਦੇਵੋਗੇ ਤਦੋਂ ਹੀ ਤੇਰਾ ਤੁਹਾਡਾ ਨਾਮ ਜਪਿਆ ਜਾਏਗਾ। ਮੇਰੇ ਸਾਹਿਬਾ ਹਉ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾਉ ਤੇਰਾ, ਕਿ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਮੈਂ ਤੁਹਾਡਾ ਹੀ ਪੈਦਾ ਕੀਤਾ ਹੋਇਆ ਹਾਂ। ਜਦੋਂ ਤੁਸੀਂ ਅੰਮ੍ਰਿਤ ਨਾਮ ਦੀ ਦਾਤ ਦੇਵੋਗੇ ਤਦੋਂ ਹੀ ਤੁਹਾਡਾ ਨਾਮ ਜਪਿਆ ਜਾਏਗਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਾਣੀ ਦੁਆਰਾ ਸਮਝਾ ਰਹੇ ਹਨ, ਬਹੁਤੇ ਔਗਣ ਕੂਕੈ ਕੋਈ, ਜੇਕਰ ਬਹੁਤੇ ਬੇਅੰਤ ਔਗਣ ਗੁਨਾਹਾਂ ਵਾਲਾ ਕੋਈ ਪੁਰਸ਼ ਪਰਮੇਸ਼ਰ ਅੱਗੇ ਕੂਕੈ ਪੁਕਾਰ ਫਰਿਆਦ ਕਰਦਾ ਰਹੇ, ਜਾਂ ਤਿਸ ਭਾਵੈ ਬਖਸ਼ੇ ਸੋਈ। ਜਾਂ ਜਦੋਂ ਉਸ ਪਰਮੇਸ਼ਰ ਨੂੰ ਭਾ ਜਾਂਦਾ ਹੈ ਤਾਂ ਉਸ ਫਰਿਆਦੀ ਨੂੰ ਪਰਮੇਸ਼ਰ ਬਖਸ਼ ਲੈਂਦਾ ਹੈ। ਬਹੁਤੇ ਔਗਣ ਕੂਕੈ ਕੋਈ, ਜੇਕਰ ਬਹੁਤੇ ਬੇਅੰਤ ਔਗਣਾਂ ਵਾਲਾ ਗੁਨਾਹਾਂ ਵਾਲਾ ਕੋਈ ਪੁਰਸ਼ ਪਰਮੇਸ਼ਰ ਅੱਗੇ ਕੂਕਣਾ ਕਰੇ ਕਿ ਫਰਿਆਦਾਂ ਕਰਦਾ ਰਹੇ, ਜਾਂ ਤਿਸ ਭਾਵੈ, ਜਾਂ ਜਦੋਂ ਉਸ ਪਰਮੇਸ਼ਰ ਨੂੰ ਭਾ ਜਾਂਦਾ ਹੈ, ਚੰਗਾ ਲੱਗਦਾ ਹੈ, ਬਖਸ਼ੇ ਸੋਈ, ਤਾਂ ਸੋਈ ਉਸ ਫਰਿਆਦੀ ਨੂੰ ਪਰਮੇਸ਼ਰ ਬਖਸ਼ ਲੈਂਦਾ ਹੈ। ਗੁਰ ਪ੍ਰਸਾਦੀ ਦੁਰਮਤ ਖੋਈ। ਸਤਿਗੁਰਾਂ ਦੀ ਕਿਰਪਾ ਕਰਕੇ, ਪ੍ਰਸਾਦੀ ਕਿਰਪਾ ਹੁੰਦੀ ਹੈ ਕਿ ਗੁਰ ਪ੍ਰਸਾਦੀ ਸਤਿਗੁਰਾਂ ਦੀ, ਗੁਰਾਂ ਦੀ ਪ੍ਰਸਾਦੀ ਕਿਰਪਾ ਹੋਣ ਕਰਕੇ ਦੁਰਮਤ ਖੋਈ,
ਕਿ ਅਸੀਂ ਦੁਰਮਤ ਖੋਟੀ ਮਤ ਗਵਾ ਲਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਹ ਦੇਖਾਂ, ਹੁਣ ਜਹ ਜਿੱਥੇ ਵੀ ਦੇਖਦੇ ਹਾਂ, ਤਹ ਏਕੋ ਸੋਈ, ਉੱਥੇ ਉਹ ਇੱਕੋ ਅਦਵੈਤ ਸਰੂਪ ਪਰਮੇਸ਼ਰ ਵਿਆਪਕ ਹੈ। ਸ੍ਰਿਸ਼ਟੀ ਪਰਮੇਸ਼ਰ ਵਿਆਪਕ ਬ੍ਰਹਮ ਹੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਕਹਿਤ ਨਾਨਕ ਐਸੀ ਮਤ ਆਵੈ। ਸਤਿਗੁਰੂ ਜੀ ਕਹਿਤ ਕਥਨ ਕਰਦੇ ਹਨ ਕਿ ਜੇਕਰ ਅਜਿਹੀ ਮਤ, ਅਜਿਹੀ ਸਿੱਖਿਆ ਆ ਕੇ ਪ੍ਰਾਪਤ ਹੋ ਜਾਵੇ ਕਿ ਉਹ ਅਦਵੈਤ ਸਰੂਪ ਪਰਮੇਸ਼ਰ ਨਾਦਰੀ ਆਉਣ ਲੱਗ ਜੇ, ਦ੍ਰਿਸ਼ਟੀ ਵਿੱਚ ਦੇਖਣ ਲੱਗ ਪਵੇ, ਤਾਂ ਕੋ ਸੱਚੇ ਸੱਚ ਸਮਾਵੈ, ਤਾਂ ਕੋ ਪ੍ਰਾਪਤ ਹੋ ਜਾਵੇ, ਤਦ ਹੀ ਕੋਈ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੱਚੇ ਪਰਮਾਤਮਾ ਵਿੱਚ ਸਮਾ ਜਾਂਦਾ ਹੈ, ਅਭੇਦ ਹੋਵੇਗਾ। ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੇਕਰ ਅਜਿਹੀ ਮਤ ਸਿੱਖਿਆ ਆ ਕੇ ਪ੍ਰਾਪਤ ਹੋ ਜਾਵੇ, ਤਦ ਹੀ ਕੋਈ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੱਚੇ ਪਰਮਾਤਮਾ ਵਿੱਚ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ। ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ, ਕਿ ਉਹ ਐਸੇ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ। ਅਗਲੇ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ। ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਫਰਮਾਨ ਕਰਦੇ ਹਨ। ਦੋ ਪਦਿਆਂ ਵਾਲਾ ਸ਼ਬਦ ਹੋਏਗਾ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੀਮ ਖਾਰ ਤੀਰਥ ਦੱਖਣ ਵਿੱਚ ਗਏ ਸਨ, ਉਸ ਵੇਲੇ ਉੱਥੇ ਸਿੱਧਾਂ ਨਾਲ ਮੁਲਾਕਾਤ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ। ਉੱਥੇ ਸਿੱਧਾਂ ਨੇ ਸਤਿਗੁਰਾਂ ਕੋਲ ਪ੍ਰਸ਼ਨ ਕੀਤਾ ਆ ਕੇ ਕਿ ਹੇ ਤਪਾ ਜੀ, ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤਪਾ ਕਹਿੰਦੇ ਸਨ। ਸਿੱਧ ਕਹਿਣ ਲੱਗੇ, ਹੇ ਤਪਾ ਜੀ, ਸੰਸਾਰ ਵਿੱਚ ਕਿਸ ਦਾ ਨਿਵਾਸ ਹੈ? ਕੌਣ ਵਸ ਰਿਹਾ ਹੈ ਸੰਸਾਰ ਵਿੱਚ, ਤੇ ਇਸ ਦੀ ਰਚਨਾ ਕਿਸ ਪ੍ਰਕਾਰ ਦੀ ਕੀਤੀ ਹੋਈ ਹੈ ਸੰਸਾਰ ਦੀ? ਤਾਂ ਉਹਨਾਂ ਦੇ ਉੱਤਰ ਦਿੰਦੇ ਹੋਏ ਆਸਾ ਰਾਗ ਵਿੱਚ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿਣ ਲੱਗੇ, ਤਿਤ ਸਰਵੜ ਰਹਿ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਤਿਤ ਸਰਵੜ ਹੈ ਭਈ ਲੈ ਨਿਵਾਸਾ, ਹੇ ਸਿੱਧੋ, ਤਿਸ ਸੰਸਾਰ ਰੂਪੀ ਸਰਵੜ ਹੈ ਸਰੋਵਰ ਵਿੱਚ ਉਸ ਪਰਮੇਸ਼ਰ ਦਾ ਹੀ ਨਿਵਾਸ ਬਸਣਾ ਭਈ ਲੈ ਹੋਇਆ ਹੈ। ਕਿ ਹੇ ਸਿੱਧੋ, ਤਿਸ ਸੰਸਾਰ ਰੂਪੀ ਸਰੋਵਰ ਵਿੱਚ ਉਸ ਪਰਮੇਸ਼ਰ ਦਾ ਹੀ ਨਿਵਾਸਾ ਬਸਣਾ ਹੋਇਆ ਹੈ ਕਿ ਉਸੇ ਪਰਮੇਸ਼ਰ ਨੇ ਪਾਵਕ ਪਾਣੀ ਪਾਵਕ ਤਿਨਹਿ ਕੀਆ, ਕਿ ਉਸ ਪਰਮੇਸ਼ਰ ਨੇ ਪਾਣੀ, ਜਲ, ਪਾਵਕ ਅਗਨੀ ਆਦਿਕ ਵਿਰੋਧੀ ਤੱਤਾਂ ਤੋਂ ਇਸ ਸੰਸਾਰ ਦੀ ਰਚਨਾ ਨੂੰ ਬਣਾਉਣਾ ਕੀਤਾ ਹੈ। ਤਿਤ ਸਰਵੜ ਰਹਿ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਤਿਸ ਸੰਸਾਰ ਰੂਪੀ ਸਰੋਵਰ ਵਿੱਚ ਜਿਨ੍ਹਾਂ ਜੀਵਾਂ ਦਾ ਨਿਵਾਸਾ ਹੋਇਆ ਹੈ, ਉਹਨਾਂ ਜੀਵਾਂ ਨੇ ਜਲ ਦੀ ਨਿਆਈ, ਪਰਉਪਕਾਰ ਜਾਂ ਨਿਮਰਤਾ ਆਦਿਕ ਚੰਗਾ ਸੁਭਾਅ ਧਾਰਨਾ ਸੀ, ਪਰੰਤੂ ਉਹਨਾਂ ਨੇ ਪਾਵਕ ਅਗਨੀ ਦੀ ਨਿਆਈ, ਦੂਸਰਿਆਂ ਦੇ ਚਿੱਤ ਨੂੰ ਸਾੜਨ ਰੂਪੀ ਤੇਜ ਸੁਭਾਅ ਕਰ ਲਿਆ ਹੈ। ਪੰਕਜ ਮੋਹ ਪੱਗ ਨਹੀਂ ਚਾਲੈ। ਜਿਹੜਾ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਦੇ ਮੋਹ ਰੂਪੀ ਪੰਕ ਚਿੱਕੜ ਵਿੱਚ ਪੈਦਾ ਹੋਇਆ ਹੈ, ਉਹਨਾਂ ਜੀਵਾਂ ਦਾ ਮਨ ਰੂਪੀ ਪੱਗ ਪੈਰ ਉਸ ਚਿੱਕੜ ਵਿੱਚ ਖੁੱਭਿਆ ਰਹਿੰਦਾ ਹੈ। ਪੰਕ ਜੋ ਮੋਹ
ਪੱਗ ਨਹੀਂ ਚਾਲੈ। ਜਿਹੜਾ ਸੰਸਾਰ ਰੂਪੀ ਸਰੋਵਰ ਵਿੱਚ ਪਦਾਰਥਾਂ ਦੇ ਮੋਹ ਰੂਪੀ ਚਿੱਕੜ ਵਿੱਚ ਪੈਦਾ ਹੋਇਆ ਹੈ, ਪਿਆ ਹੋਇਆ ਹੈ, ਉਹਨਾਂ ਜੀਵਾਂ ਦਾ ਮਨ ਰੂਪੀ ਪੱਗ ਨਹੀਂ ਚਾਲੈ। ਪੱਗ ਪੈਰ ਉਸ ਵਿੱਚ ਖੁੱਭਿਆ ਰਹਿੰਦਾ ਹੈ, ਪਦਾਰਥਾਂ ਦੇ ਰਸਤੇ ਉੱਪਰ ਨਹੀਂ ਚੱਲਦਾ। ਹਮ ਦੇਖਾਂ ਤਹਿ ਡੁਬਿਆਲੇ। ਮਹਾਰਾਜ ਜੀ ਕਹਿਣ ਲੱਗੇ ਅਸੀਂ ਉਹਨਾਂ ਨੂੰ ਉੱਥੇ ਡੁਬਿਆਲੇ ਡੁੱਬਦਿਆਂ ਹੋਇਆਂ ਨੂੰ ਵੇਖਿਆ ਹੈ। ਇਸ ਸੰਸਾਰ ਦੇ ਵਿੱਚ ਜਿਹੜੇ ਮੋਹ ਰੂਪੀ ਚਿੱਕੜ ਦੇ ਵਿੱਚ ਪੈ ਗਏ, ਉਹਨਾਂ ਜੀਵਾਂ ਦਾ ਮਨ ਰੂਪੀ ਪੈਰ ਉਸ ਪਦਾਰਥਾਂ ਦੇ ਮੋਹ ਰੂਪੀ ਚਿੱਕੜ ਦੇ ਵਿੱਚ ਖੁੱਭਿਆ ਪਿਆ ਕਿ ਪਰਮਾਰਥ ਦੇ ਰਸਤੇ ਉੱਪਰ ਨਹੀਂ ਚੱਲਦੇ। ਉਹ ਪਰਮੇਸ਼ਰ ਨੂੰ ਮਿਲਣ ਦੇ ਰਸਤੇ ਵਿੱਚ ਨਹੀਂ ਚੱਲਦੇ ਕਿ ਪਦਾਰਥਾਂ ਦੇ ਮੋਹ ਦੇ ਵਿੱਚ ਹੀ ਉਹ ਖੋਵੇ ਪਏ ਹਨ। ਹਮ ਦੇਖਾਂ ਤਹਿ ਡੁਬਿਆਲੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਅਸੀਂ ਉਹਨਾਂ ਨੂੰ ਉੱਥੇ ਸੰਸਾਰ ਦੇ ਵਿੱਚ ਡੁੱਬਦਿਆਂ ਹੋਇਆਂ ਨੂੰ ਦੇਖਿਆ ਹੈ, ਕਿਉਂਕਿ ਉਹ ਪਦਾਰਥ ਦੇ ਮੋਹ ਰੂਪੀ ਚਿੱਕੜ ਦੇ ਵਿੱਚ ਡੁੱਬੇ ਪਏ ਹਨ। ਮਨ ਏਕ ਨਾ ਚੇਤ ਸਮੂੜ ਮਨਾ। ਜੋ ਮਨ ਸ਼੍ਰੋਮਣੀ ਅਦਵੈਤ ਸਰੂਪ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਮੂੜ ਬਨਾ ਉਹ ਮੂਰਖ ਬੇਸਮਝ ਮਨ ਵਾਲੇ ਹਨ। ਮਨ ਏਕ ਨਾ ਚੇਤਸ ਮੂੜ ਮਨਾ। ਜੋ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਉਹ ਮੂਰਖ ਬੇਸਮਝ ਮਨ ਵਾਲੇ ਹਨ। ਹੇ ਮੂੜ ਮੂਰਖ ਮਨਾ, ਤੂੰ ਉਸ ਮਨ ਉਸ ਸ਼੍ਰੋਮਣੀ ਅਤੇ ਇੱਕ ਵਿਆਪਕ ਪ੍ਰਭ ਨੂੰ ਚੇਤੇ ਨਹੀਂ ਕਰਦਾ। ਉਹ ਹਰ ਬਿਸਰਤ ਤੇਰੇ ਗੁਣ ਗਲਿਆ। ਉਸ ਹਰੀ ਪਰਮੇਸ਼ਰ ਦੇ ਬਿਸਰਤ ਭੁੱਲਣ ਨਾਲ ਤੇਰੇ ਸਾਰੇ ਸ਼ੁਭ ਗੁਣ ਗਲ ਸੜ ਜਾਣਗੇ। ਹਰ ਬਿਸਰਤ ਤੇਰੇ ਗੁਣ ਗਲਿਆ ਕਿ ਹਰ ਹਰੇਕ ਬਿਸਰਤ ਵਿਸ਼ਿਆਂ ਵਿੱਚ ਪ੍ਰੀਤੀ ਕਰਨ ਨਾਲ ਤੇਰੇ ਗਲਿਆ। ਤੂੰ ਜੋ ਵਿਸ਼ੇ ਹਨ, ਵਿਸ਼ਿਆਂ ਵਿੱਚ ਪ੍ਰੀਤੀ ਕਰਨ ਨਾਲ ਤੇਰੇ ਗਲ ਵਿੱਚ ਜਮਾਂ ਦੀ ਰੱਸੀ ਭਾਵ ਫਾਹੀ ਪਵੇਗੀ ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ ਨਾ ਹੋ ਜਤੀ ਸਤੀ ਨਹੀਂ ਪੜਿਆ। ਉਹ ਗੁਰਮੁਖ ਜਨ ਆਪਣਾ ਸੁਭਾਅ ਇਹੋ ਜਿਹਾ ਰੱਖਦੇ ਹਨ, ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਦੇ। ਜੇਕਰ ਉਹਨਾਂ ਨੂੰ ਕੋਈ ਕਹੇ ਕਿ ਆਪ ਤਾਂ ਬੜੇ ਗੁਰਮੁਖ ਪਿਆਰੇ ਹੋ, ਤਾਂ ਕਹਿੰਦੇ ਹਨ ਕਿ ਹੇ ਭਾਈ ਨਾ ਤਾਂ ਮੈਂ ਜਤੀ ਜਤ ਧਾਰੀ ਹਾਂ, ਪਰ ਜਤ ਐਸਾ ਹੁੰਦਾ ਹੈ ਕਿ ਜੋ ਪਰਾਈਆਂ ਇਸਤਰੀਆਂ ਨੂੰ ਮਾਵਾਂ ਭੈਣਾਂ ਧੀਆਂ ਦੀ ਦ੍ਰਿਸ਼ਟੀ ਨਾਲ ਤੱਕਣਾ ਕਰੇ। ਨਾ ਹੀ ਮੈਂ ਸਤੀ ਸੱਤ ਪ੍ਰਤੱਗੀ ਹਾਂ ਅਤੇ ਨਾ ਹੀ ਮੈਂ ਕੁਝ ਪੜ੍ਹਾਈ ਕੀਤੀ ਹੈ। ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਭਇਆ। ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਜਨ ਆਪਣਾ ਸੁਭਾਅ ਇਹੋ ਜਿਹਾ ਰੱਖਦੇ ਹਨ, ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਦੇ। ਜੇਕਰ ਉਹਨਾਂ ਨੂੰ ਕੋਈ ਕਹੇ ਕਿ ਆਪ ਤਾਂ ਬੜੇ ਗੁਰਮੁਖ ਪਿਆਰੇ ਹੋ, ਤਾਂ ਕਹਿੰਦੇ ਹਨ ਕਿ ਹੇ ਭਾਈ ਨਾ ਤਾਂ ਮੈਂ ਜਤੀ ਜਾਤ ਧਾਰੀ ਹੈ ਤੇ ਨਾ ਹੀ ਮੈਂ ਸਤੀ ਸੱਤ ਪ੍ਰਤੱਗੀ ਹਾਂ ਤੇ ਨਾ ਹੀ ਮੈਂ ਕੁਝ ਪੜ੍ਹਾਈ ਕੀਤੀ ਹੈ, ਪਰੰਤੂ ਮੂਰਖ ਮੁਗਧਾ ਜਨਮ ਭਇਆ। ਪਰੰਤੂ ਤਿੰਨਾਂ ਲੋਕਾਂ ਦੀ ਗਿਆਤ ਹੁੰਦੀ ਹੈ। ਐਸੇ ਪਿਆਰ ਵਾਲੇ ਬਚਨ ਬੋਲਦੇ ਹਨ ਕਿ ਅਸੀਂ ਮੂਰਖ ਬੇਸਮਝ ਹਾਂ ਤੇ ਸਾਡਾ ਬੇਸਮਝੀ ਵਿੱਚ ਹੀ ਜਨਮ ਹੋਇਆ ਹੈ। ਪਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਬਿਸਰਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਇਸ ਪ੍ਰਕਾਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਕਦੇ ਬਿਸਰਿਆ ਭੁੱਲਦੇ ਨਹੀਂ ਹੋ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਤਾਈਂ ਨਮਸਕਾਰ ਕਰਦੇ ਹਾਂ।
ਪਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਬਿਸਰਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਇਸ ਪ੍ਰਕਾਰ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਪਰਮੇਸ਼ਰ, ਜਿਨ੍ਹਾਂ ਨੂੰ ਤੁਸੀਂ ਕਦੇ ਵੀ ਭੁੱਲਦੇ ਨਹੀਂ ਹੋ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪੈ ਕੇ ਉਹਨਾਂ ਤਾਈਂ ਪਰਣਵਤ ਨਮਸਕਾਰ ਬੇਨਤੀਆਂ ਕਰਦੇ ਹਾਂ। ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਬਡਾਈ ਤੋਹਿ ਰਹਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਛੇ ਘਰ ਛੇ ਗੁਰ ਛੇ ਉਪਦੇਸ਼। ਛੇ ਘਰ ਛੇ ਸ਼ਾਸਤਰ ਹਨ, ਛੇ ਹੀ ਇਹਨਾਂ ਦੇ ਕਰਤਾ ਗੁਰੂ ਹਨ ਅਤੇ ਛੇ ਹੀ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨ। ਛੇ ਘਰ ਛੇ ਗੁਰ ਛੇ ਉਪਦੇਸ਼ ਕਿ ਛੇ ਘਰ ਛੇ ਸ਼ਾਸਤਰ ਹਨ, ਛੇ ਘਰ ਛੇ ਹੀ ਇਹਨਾਂ ਦੇ ਕਰਤਾ ਗੁਰੂ ਹਨ ਅਤੇ ਛੇ ਉਪਦੇਸ਼ ਛੇ ਹੀ ਇਹਨਾਂ ਦੇ ਵੱਖੋ ਵੱਖਰੇ ਉਪਦੇਸ਼ ਹਨ। ਛੇ ਸ਼ਾਸਤਰ ਕਿ ਸਾਖ ਸ਼ਾਸਤਰ ਕਰਤਾ ਕਾਪਲ ਮੁਨੀ ਹੈ, ਇਹ ਅਨੀਸਰਵਾਦੀ ਹੈ। ਕਿ ਨਿਆਏ ਸ਼ਾਸਤਰ ਕਰਤਾ ਗੌਤਮ ਮੁਨੀ ਹੈ, ਇਹ ਜੁਗਤੀ ਨੂੰ ਪ੍ਰਧਾਨ ਮੰਨਦਾ ਹੈ ਅਤੇ ਪਰਮਾਣੂਆਂ ਦੁਆਰਾ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਹੈ। ਪਰਮੇਸ਼ਰ ਨੂੰ ਇੱਕ ਇਹ ਦੇਸੀ ਮੰਨਦਾ ਹੈ। ਤੀਜਾ ਵਿਸ਼ੇਸ਼ਕ ਸ਼ਾਸਤਰ, ਜਿਹੜਾ ਵਿਸ਼ੇਸ਼ਕ ਸ਼ਾਸਤਰ ਹੈ, ਇਹ ਕਰਤਾ ਕਣਾਦ ਮੁਨੀ ਹੈ। ਇਹ ਕਾਲਵਾਦੀ ਹੈ, ਸਮੇਂ ਨੂੰ ਸੱਤ ਮੰਨਦਾ ਹੈ ਅਤੇ ਸਮੇਂ ਨਾਲ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਹੋਈ ਮੰਨਦਾ ਹੈ। ਚੌਥਾ ਪੂਰਬ ਮੀਮਾਂਸਾ, ਇਹ ਕਰਤਾ ਜੈ ਮੁਨੀ ਹੈ। ਇਹ ਕਰਮਵਾਦੀ ਹੈ, ਨਿਤ ਨਮਿਤ ਕਾਮਕ ਪ੍ਰਾਸ਼ਚਿਤ ਨਿਖਿੱਧ ਕਰਮ ਨੂੰ ਮੰਨਦਾ ਹੈ। ਇਹ ਬ੍ਰਹਮ ਲੋਕ ਸਵਰਗ ਲੋਕ ਆਦਿਕ ਪ੍ਰਾਪਤੀ ਬ੍ਰਹਮਾ ਆਦਿਕ ਦੀਆਂ ਪਦਮੀਆਂ ਕਰਮਾਂ ਕਰਕੇ ਮੰਨਦਾ ਹੈ। ਕਿ ਪੰਜਵਾਂ ਯੋਗ ਪਤੰਜਲ ਸ਼ਾਸਤਰ ਕਰਤਾ ਪਤੰਜਲੀ ਨੂੰ ਮੰਨਦਾ ਹੈ। ਕਿ ਵੇਦਾਂਤ ਸ਼ਾਸਤਰ ਕਰਤਾ ਵਿਆਸ ਰਿਖੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰ ਗੁਰ ਏਕੋ ਵੇਸ ਅਨੇਕ। ਇਹਨਾਂ ਛੇ ਸ਼ਾਸਤਰਾਂ ਦੇ ਗੁਰ ਗੁਰੂਆਂ ਦਾ ਗੁਰੂ ਇੱਕ ਪਰਮੇਸ਼ਰ ਹੀ ਹੈ। ਛੇ ਘਰ ਛੇ ਗੁਰ ਛੇ ਉਪਦੇਸ਼ ਕਿ ਛੇ ਘਰ ਛੇ ਸ਼ਾਸਤਰ ਹਨ, ਛੇ ਹੀ ਇਹਨਾਂ ਦੇ ਕਰਤਾ ਗੁਰੂ ਹਨ, ਛੇ ਹੀ ਇਹਨਾਂ ਦੇ ਵੱਖਰੋ ਵੱਖਰੇ ਉਪਦੇਸ਼ ਹਨ। ਇਹਨਾਂ ਛੇਆਂ ਸ਼ਾਸਤਰਾਂ ਦੇ ਗੁਰੂਆਂ ਦਾ ਗੁਰੂ ਇੱਕ ਪਰਮੇਸ਼ਰ ਹੀ ਹੈ, ਕਿਉਂਕਿ ਉਸੇ ਤੋਂ ਹੀ ਸਾਰਿਆਂ ਦੀ ਪੈਦਾਇਸ਼ ਹੋਈ ਹੈ। ਬੇਸ ਅਨੇਕ ਬੇਸ ਲਿਬਾਸ ਰੂਪੀ ਉਪਦੇਸ਼ ਭਾਵੇਂ ਅਨੇਕ ਬੇਅੰਤ ਹਨ। ਕਿ ਇਹਨਾਂ ਦਾ ਸਾਰਿਆਂ ਦਾ ਗੁਰੂ ਇੱਕ ਪਰਮੇਸ਼ਰ ਹੀ ਹੈ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਬਡਾਈ ਤੋਹੇ। ਜੈ ਜਿਸ ਘਰ ਸ਼ਾਸਤਰ ਵਿੱਚ ਕਰਤਾ ਪੁਰਖ ਦੀ ਕੀਰਤਨ ਭਗਤੀ ਹੁੰਦੀ ਹੈ, ਭਾਵ ਵੇਦਾਂਤ ਸ਼ਾਸਤਰ ਵਿੱਚ ਕਰਤੇ ਦੀ ਵਡਿਆਈ ਹੈ। ਸਤ ਸੰਗਤ ਰੂਪੀ ਘਰ ਵਿੱਚ ਉਸ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ। ਸੋ ਘਰ ਰਾਖ ਵਡਾਈ ਤੋਹੇ। ਸੋ ਉਸ ਸ਼ਾਸਤਰ ਰੂਪੀ ਜਾਂ ਸਤ ਸੰਗਤ ਰੂਪੀ ਘਰ ਵਿੱਚ ਆਪਣੇ ਆਪ ਨੂੰ ਰੱਖਣਾ ਕਰ। ਇਸ ਵਿੱਚ ਹੀ ਤੇਰੀ ਵਡਿਆਈ ਤੇਰੀ ਮਹਿਮਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ। ਬਿਸੇ ਚਸਿਆ ਘੜੀਆਂ ਪਹਿਰਾ, ਥਿਤੀ ਬਾਰੀ ਮਾਹੋ ਭਇਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਸ ਪ੍ਰਕਾਰ ਬਿਸੋਏ ਚਸਿਆ ਘੜੀਆਂ ਪਹਿਰਾ, ਥਿਤੀ ਬਾਰੀ ਮਾਹੋ ਭਇਆ।
ਕਿ ਜਿਸ ਪ੍ਰਕਾਰ 15 ਵਾਰ ਅੱਖ ਫਰਕਣ ਤੇ ਇੱਕ ਵਿਸਵਾ ਹੁੰਦਾ ਹੈ, 15 ਵਿਸਿਆਂ ਦਾ ਇੱਕ ਚਸਾ ਹੁੰਦਾ ਹੈ, 30 ਚਸਿਆਂ ਦਾ ਇੱਕ ਪਲ ਤੇ 60 ਪਲਾਂ ਦਾ ਇੱਕ ਘੜੀ, 7.5 ਘੜੀਆਂ ਦਾ ਇੱਕ ਪਹਿਰ, 8 ਪਹਿਰਾਂ ਦਾ ਇੱਕ ਥਿੱਤ, ਇੱਕ ਵਾਰ ਭਾਵ 7 ਦਿਨਾਂ ਦਾ ਇੱਕ ਹਫ਼ਤਾ ਹੁੰਦਾ ਹੈ, 30 ਦਿਨਾਂ ਦਾ ਇੱਕ ਮਾਹੋ ਮਹੀਨਾ ਅਤੇ 12 ਮਹੀਨਿਆਂ ਦਾ ਇੱਕ ਸਾਲ ਹੋਇਆ। ਫਿਰ 2-2 ਮਹੀਨਿਆਂ ਦੀਆਂ ਸੂਰਜ ਏਕੋ ਰੁੱਤ ਅਨੇਕ, ਫਿਰ 2-2 ਮਹੀਨਿਆਂ ਦੀਆਂ ਅਨੇਕ ਬੇਅੰਤ ਰੁੱਤਾਂ ਬਣਦੀਆਂ ਹਨ। ਜਿਵੇਂ ਪਹਿਲੀ ਰੁੱਤ ਬਸੰਤ ਰੁੱਤ, ਚੇਤ ਤੇ ਵਿਸਾਖ 2 ਮਹੀਨਿਆਂ ਦੀ ਇਹ ਬਸੰਤ ਰੁੱਤ ਹੁੰਦੀ ਹੈ। ਗਰੀਖਮ ਰੁੱਤ ਹੁੰਦੀ ਹੈ, ਇਹ ਵੀ 2 ਮਹੀਨਿਆਂ ਦੀ ਹੁੰਦੀ ਹੈ, ਜੇਠ ਤੇ ਹਾੜ੍ਹ ਦੀ। ਤੇ ਬਰਸਾਤ ਵਾਲੀ ਰੁੱਤ ਹੁੰਦੀ ਹੈ ਜਿਹੜੀ ਪਾਵਸ ਰੁੱਤ ਸਾਉਣ ਭਾਦੋਂ ਦੀ ਹੁੰਦੀ ਹੈ। ਸਰਦ ਰੁੱਤ ਹੁੰਦੀ ਹੈ ਅੱਸੂ ਕੱਤਕ ਦੀ। ਸਿਸਿਆ ਰੁੱਤ ਪੂਰੀ ਠੰਡ ਵਾਲੀ ਰੁੱਤ ਮੱਘਰ ਪੋਹ ਦੀ। ਹਿਮਕਰ ਰੁੱਤ ਮਾਘ ਫੱਗਣ। ਇਹਨਾਂ ਸਾਰੀਆਂ ਰੁੱਤਾਂ ਵਿੱਚ ਸੂਰਜ ਏਕੋ, ਇੱਕ ਹੀ ਸੂਰਜ ਹੁੰਦਾ ਹੈ। ਉਹ ਪਰਮੇਸ਼ਰ ਦਾ ਹੁਕਮ ਹੈ, ਉਸ ਦੇ ਵਿੱਚ ਹੀ ਇਹ ਸੂਰਜ ਚੱਲ ਰਿਹਾ ਹੈ। ਕਿਸੇ ਸਮੇਂ ਉਸੇ ਸੂਰਜ ਦੇ ਹੁੰਦੇ ਕਿਤਨੀ ਠੰਡ ਹੋ ਜਾਂਦੀ ਹੈ, ਉਸੇ ਸੂਰਜ ਦੇ ਹੁੰਦੇ ਕਿਸੇ ਸਮੇਂ ਕਿਸੇ ਮਹੀਨਿਆਂ ਦੇ ਵਿੱਚ ਗਰਮੀ ਪੈ ਜਾਂਦੀ ਹੈ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਨਾਨਕ ਕਰਤੇ ਕੇ ਕੀਤੇ ਵੇਸ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਸ ਪ੍ਰਕਾਰ ਕਰਤੇ ਅਕਾਲ ਪੁਰਖ ਦੇ ਕਿਤਨੇ ਹੀ ਵੇਸ ਲਿਬਾਸ ਧਾਰੇ ਹੋਏ ਹਨ। ਇਸੇ ਪ੍ਰਕਾਰ ਵਿਸ਼ੇ ਦੀ ਨਿਆਈ ਵਿਸ਼ੂ ਨਾਮਾ ਜੀਵ ਜੋ ਜਾਗਰਤ ਅਵਸਥਾ ਦਾ ਅਭਾਨੀ ਹੈ। ਚਸੇ ਦੀ ਨਿਆਈ ਤੇਜਸੂ ਨਾਮਾ ਜੀਵ ਜੋ ਸੁਪਨ ਅਵਸਥਾ ਦਾ ਅਭਿਮਾਨੀ ਹੈ। ਘੜੀ ਦੀ ਨਿਆਈ ਪ੍ਰਾਗਾ ਨਾਮੇ ਜੀਵ ਜੋ ਸੁਖੋਵਤ ਅਵਸਥਾ ਦਾ ਅਭਿਮਾਨੀ ਹੈ। ਪਹਿਰ ਦੀ ਨਿਆਈ ਬੈਰਾਟ ਜੋ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੈ। ਥਿੱਤ ਦੀ ਨਿਆਈ ਅਭਿਆਕਿਰਤ ਜੋ ਸਾਰਿਆਂ ਦਾ ਸੁਪਨ ਅਵਸਥਾ ਦਾ ਅਭਿਮਾਨੀ ਹੈ। ਬਾਰ ਦੀ ਨਿਆਈ ਹਿਰਨ ਗਰਭ ਜੋ ਸਾਰਿਆਂ ਦੀ ਸੁਖੋਵਤ ਅਵਸਥਾ ਦਾ ਅਭਿਮਾਨੀ ਹੈ। ਅਤੇ 12 ਮਹੀਨਿਆਂ ਦੀ ਨਿਆਈ ਜੋਗੀਆਂ ਦੇ 12 ਪੰਥ ਸਮਝਣਾ ਕਰੋ, ਜਾਂ 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਅਤੇ ਬੁੱਧ ਨੂੰ 12 ਮਹੀਨੇ ਸਮਝਣਾ ਕਰੋ। ਇਸ ਪ੍ਰਕਾਰ ਸਾਰਾ ਸੰਸਾਰ ਪੈਦਾ ਹੋਇਆ ਹੈ, ਪੈਦਾ ਹੋ ਰਿਹਾ ਹੈ। ਇਹਨਾਂ ਸਾਰਿਆਂ ਅੰਦਰ ਸੂਰਜ ਦੀ ਨਿਆਈ ਬ੍ਰਹਮ ਇੱਕੋ ਹੀ ਹੈ। ਰੁੱਤਾਂ ਦੀ ਨਿਆਈ ਹਿਰਨ ਗਰਭ, ਤੇਜਵਸ, ਵਿਰਾਟ ਆਦਿਕ ਭਾਵੇਂ ਅਨੇਕਾਂ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸਾਰਿਆਂ ਨੂੰ ਰਚਣ ਵਾਲੇ ਅਕਾਲ ਪੁਰਖ ਦੇ ਕਿਤਨੇ ਹੀ ਵੇਸ ਰੂਪ ਧਾਰਨ ਕੀਤੇ ਹੋਏ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਤੀਜਾ ਮਹੱਲਾ ਪਹਿਲਾ। ਲੱਖ ਲਸ਼ਕਰ ਲਖ ਬਾਜੇ ਨੇਜੇ, ਲੱਖ ਉਠ ਕਰਹਿ ਸਲਾਮ। ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉਠ ਰਾਖਹਿ ਮਾਨ। ਜਾਂ ਪਤ ਲੇਖੈ ਨਾ ਪਵੈ, ਤਾਂ ਸਭ ਨਿਰਾਫਲ ਕਾਮ। ਹਰ ਕੇ ਨਾਮ ਬਿਨਾ ਜਗ ਧੰਦਾ, ਜੇ ਬਹੁਤਾ ਸਮਝਾਈਐ ਭੋਲਾ। ਭੀ ਸੋ ਅੰਧੋ ਅੰਧਾ ਰਹਾਉ। ਲੱਖ ਖੱਟੀਐ ਲਖ ਸੰਜੀਐ, ਖਾਜਹਿ ਲਖ ਆਵੇ ਲਖ ਜਾਹੇ। ਜਾਂ ਪਤ ਲੇਖੈ ਨਾ ਪਵੈ, ਤਾਂ ਜੀ ਕਿਥੈ ਫਿਰ ਪਾਹੇ। ਲੱਖ ਸਾਸਤ ਸਮਝਾਵਣੀ, ਲੱਖ ਪੰਡਤ ਪੜ੍ਹੇ ਪੁਰਾਣ। ਜਾਂ ਪਤ ਲੇਖੈ ਨਾ ਪਵੈ, ਤਾਂ ਸਭੇ ਕੁਪਰਵਾਣ। ਸਚ ਨਾਮ ਪਤ ਊਪਜੈ, ਕਰਮ ਨਾਮ ਕਰਤਾਰ। ਅਹਨਿਸ ਹਿਰਦੈ ਜੇ ਵਸੈ,
ਨਾਨਕ ਨਦਰੀ ਪਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਦੀ। ਆਸਾ ਘਰ ਤੀਜਾ ਮਹੱਲਾ ਪਹਿਲਾ। ਕਿ ਆਸਾ ਰਾਗ ਦੇ ਤੀਜੇ ਸਰਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਬੈਰਾਗ ਮਾਈ ਸ਼ਬਦ ਉਚਾਰਨ ਕਰਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਦਿੱਲੀ ਵਿਖੇ ਮਜਨੂੰ ਟਿੱਲੇ ਵਾਲੇ ਅਸਥਾਨ 'ਤੇ ਗਏ ਸਨ, ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਵਿਖੇ ਮਜਨੂੰ ਟਿੱਲੇ ਵਾਲੇ ਅਸਥਾਨ 'ਤੇ ਗਏ ਸਨ, ਉੱਥੇ ਬਾਦਸ਼ਾਹ ਸਿਕੰਦਰ ਲੋਧੀ ਦਾ ਅਚਾਨਕ ਹਾਥੀ ਮਰ ਗਿਆ। ਜਦੋਂ ਦਿੱਲੀ ਗਏ ਟਿੱਲੇ ਵਾਲੇ ਅਸਥਾਨ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ, ਉੱਥੇ ਬਾਦਸ਼ਾਹ ਸਿਕੰਦਰ ਲੋਧੀ ਸੀ। ਉਸ ਸਿਕੰਦਰ ਲੋਧੀ ਦਾ ਅਚਾਨਕ ਹਾਥੀ ਮਰ ਗਿਆ ਸੀ। ਮੁਹਾਵਤ ਅਤੇ ਉਸ ਦਾ ਸਾਰਾ ਪਰਿਵਾਰ ਰੋ ਰਿਹਾ ਸੀ। ਜਿਹੜਾ ਹਾਥੀ ਦੀ ਸਾਂਭ ਸੰਭਾਲ ਕਰਦਾ ਸੀ, ਹਾਥੀ ਨੂੰ ਚਲਾਉਂਦਾ ਸੀ, ਉਹ ਸਾਰਾ ਪਰਿਵਾਰ ਤੇ ਉਹ ਮੁਹਾਵਤ ਰੋ ਰਿਹਾ ਸੀ। ਉਸ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨੀ ਪਈ। ਜਦ ਸਾਰਾ ਪਰਿਵਾਰ ਰੋ ਰਿਹਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੰਨੀ ਉਹਨਾਂ ਦੀ ਆਵਾਜ਼ ਪਈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਪਤਾ ਕਰਨ ਲਈ ਭੇਜਿਆ ਕਿ ਮਰਦਾਨਿਆ, ਪਤਾ ਕਰਕੇ ਆ ਇਹ ਪਰਿਵਾਰ ਕਿਉਂ ਰੋ ਰਿਹਾ ਹੈ। ਤਾਂ ਪਤਾ ਕਰਕੇ ਜਦੋਂ ਭਾਈ ਮਰਦਾਨੇ ਨੇ ਵਾਪਸ ਆ ਕੇ ਦੱਸਿਆ ਕਿ ਮਹਾਰਾਜ ਪਾਤਸ਼ਾਹੀ ਹਾਥੀ ਮਰ ਗਿਆ ਹੈ, ਰਾਜੇ ਦਾ ਹਾਥੀ ਮਰ ਗਿਆ ਹੈ। ਉਸ ਕਾਰਨ ਮੁਹਾਵਤ, ਉਸ ਨੂੰ ਚਲਾਉਣ ਵਾਲਾ ਤੇ ਉਸ ਦੇ ਪਰਿਵਾਰ ਦੀ ਰੋਣ ਦੀ ਆਵਾਜ਼ ਆ ਰਹੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਪਾਸ ਜਾ ਕੇ ਪੁੱਛਿਆ ਕਿ ਹਾਥੀ ਪਾਤਸ਼ਾਹ ਦਾ ਸੀ, ਰਾਜੇ ਦਾ ਸੀ, ਭਾਈ ਤੁਸੀਂ ਕਿਉਂ ਰੋਂਦੇ ਹੋ। ਤਾਂ ਉਹਨਾਂ ਨੇ, ਮੁਹਾਵਤ ਸੀ ਜਿਹੜਾ ਹਾਥੀ ਚਲਾਉਣ ਵਾਲਾ ਉਹਨਾਂ ਦਾ ਪਰਿਵਾਰ ਸੀ, ਉਹਨਾਂ ਨੇ ਕਿਹਾ ਕਿ ਇਸ ਦੇ ਦੋ ਕਾਰਨ ਹਨ ਰੋਣ ਦੇ ਮਹਾਰਾਜ। ਇੱਕ ਤਾਂ ਹਥਵਾਨ ਦੀ ਨੌਕਰੀ ਗਈ, ਜਿਹੜਾ ਹਾਥੀ ਚਲਾਉਣ ਤੋਰਦੇ ਸੀ ਉਸ ਦੀ ਨੌਕਰੀ ਚਲੀ ਗਈ, ਤੇ ਇਹ ਨੌਕਰੀ ਸੀ ਜਿਹੜੀ ਸੌਖੀ ਪ੍ਰਾਪਤ ਨਹੀਂ ਹੁੰਦੀ ਸੀ। ਕਹਿੰਦੇ ਇਹ ਨੌਕਰੀ ਚਲੀ ਗਈ ਤੇ ਮੈਂ ਅੱਜ ਬੇਰੁਜ਼ਗਾਰ ਹੋ ਗਿਆ ਹਾਂ। ਅੱਜ ਤੋਂ ਬਾਅਦ ਮੈਨੂੰ ਕੋਈ ਰੁਜ਼ਗਾਰ ਨਹੀਂ ਰਿਹਾ। ਮੈਂ ਗੁਜ਼ਾਰਾ ਹਾਥੀ ਦੇ ਨਾਲ ਸੀ ਕਿ ਹਾਥੀ ਨੂੰ ਤੋਰਦਾ ਸੀ, ਉਸੇ ਨਾਲ ਹੀ ਪਰਿਵਾਰ ਪਾਲਦਾ ਸੀ। ਦੂਸਰਾ ਕਹਿਣ ਲੱਗਿਆ, ਬਾਦਸ਼ਾਹ ਇਹੋ ਜਿਹੇ ਕਰੂਰ ਸੁਭਾਅ ਦਾ ਹੈ, ਭੈੜੇ ਸੁਭਾਅ ਦਾ ਹੈ, ਮੇਰੇ ਤੇ ਦੋਸ਼ ਲਗਾ ਕੇ ਮੈਨੂੰ ਜੇਲ੍ਹ ਵਿੱਚ ਸੁੱਟੇਗਾ ਕਿ ਹਾਥੀ ਤੇਰੀ ਵਜ੍ਹਾ ਨਾਲ ਮਰਿਆ ਹੈ, ਤੂੰ ਸਾਂਭ ਸੰਭਾਲ ਨਹੀਂ ਕੀਤੀ, ਇਸ ਕਾਰਨ ਅਸੀਂ ਰੋ ਰਹੇ ਹਾਂ। ਭਾਈ ਮਰਦਾਨੇ ਨੂੰ ਇਹਨਾਂ ਤੇ ਦਇਆ ਦ੍ਰਿਸ਼ਟੀ ਆਈ। ਦੋਨਾਂ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੇ ਮਰਦਾਨੇ ਨੂੰ ਜਦੋਂ ਦਇਆ ਦ੍ਰਿਸ਼ਟੀ ਆਈ ਤਾਂ ਮਰਦਾਨੇ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਇਹਨਾਂ ਦਾ ਹਾਥੀ ਜਿਉਂਦਾ ਕਰਕੇ ਦੁੱਖ ਦੀ ਨਿਵਰਤੀ ਦੂਰ ਕਰੋ ਇਹਨਾਂ ਦੀ, ਕਿ ਇਹਨਾਂ ਨੂੰ ਬੜਾ ਦੁੱਖ ਹੈ, ਤਾਂ ਜੇ ਹਾਥੀ ਜਿਉਂਦਾ ਹੋ ਜਾਵੇ ਇਹਨਾਂ ਦੀ ਦੁੱਖ ਦੀ ਨਿਵਰਤੀ ਦੂਰ ਹੋ ਜਾਏਗੀ। ਤਾਂ ਸਤਿਗੁਰਾਂ ਨੇ ਜਲ ਦਾ ਛਿੱਟਾ ਦੇ ਕੇ ਸਤਿਨਾਮ ਕਹਿ ਕੇ ਹਾਥੀ ਜਿਉਂਦਾ ਕਰ ਦਿੱਤਾ। ਹਾਥੀ ਦੇ ਮਰਨ ਦੀ ਖਬਰ ਬਾਦਸ਼ਾਹ ਤੱਕ ਪਹੁੰਚ ਚੁੱਕੀ ਸੀ ਕਿ ਤੇਰਾ ਹਾਥੀ ਮਰ ਗਿਆ ਹੈ, ਪਰ ਨਾਲ ਹੀ ਜਿਉਂਦੇ ਹੋਣ ਦੀ ਖਬਰ ਵੀ ਪਹੁੰਚ ਗਈ। ਕਹਿੰਦੇ ਬਾਦਸ਼ਾਹ ਹਾਥੀ ਜਿਉਂਦਾ ਹੋ ਗਿਆ ਹੈ। ਤੇ ਇਹ ਸੁਨੇਹਾ ਭੇਜਿਆ ਕਿ ਬਾਦਸ਼ਾਹ ਕੋਲੇ ਕਿ ਬਾਦਸ਼ਾਹ ਜਿਸ ਫਕੀਰ ਨੇ ਹਾਥੀ ਜਿਉਂਦਾ ਕੀਤਾ ਹੈ
ਕਿ ਉਹ ਜਦੋਂ ਮਰਨ ਦੀ ਖਬਰ ਬਾਦਸ਼ਾਹ ਤੱਕ ਪਹੁੰਚੀ, ਪਰ ਨਾਲ ਹੀ ਜਿਉਂਦੇ ਹੋਣ ਦੀ ਖਬਰ ਵੀ ਪਹੁੰਚ ਗਈ। ਪੁੱਛਿਆ ਕਿਸ ਨੇ ਜਿਉਂਦਾ ਕੀਤਾ ਹੈ? ਬਾਦਸ਼ਾਹ ਨੇ ਕਿ ਇੱਕ ਫਕੀਰ ਆਏ ਹਨ, ਉਹਨਾਂ ਨੇ ਜਿਉਂਦਾ ਕੀਤਾ ਹੈ ਜੀ। ਬਾਦਸ਼ਾਹ ਕਹਿਣ ਲੱਗਿਆ ਕਿ ਉਸ ਫਕੀਰ ਨੂੰ ਮੇਰੇ ਕੋਲ ਲਿਆਓ, ਜਿਸ ਫਕੀਰ ਨੇ ਹਾਥੀ ਜਿਉਂਦਾ ਕੀਤਾ ਹੈ, ਕਿ ਉਸ ਫਕੀਰ ਨੂੰ ਬਾਦਸ਼ਾਹ ਕਹਿਣ ਲੱਗਿਆ ਮੇਰੇ ਕੋਲ ਲਿਆਓ। ਉਸ ਨੂੰ ਮੇਰੇ ਕੋਲ ਲੈ ਆਓ। ਤਾਂ ਜਦੋਂ ਬਾਦਸ਼ਾਹ ਦੇ ਸਿਪਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ ਕਿ ਮਹਾਰਾਜ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ ਹੈ, ਤਾਂ ਸਤਿਗੁਰਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਲੋੜ ਵਾਲਾ ਚੱਲ ਕੇ ਆਇਆ ਕਰਦਾ ਹੈ, ਸਾਨੂੰ ਕੋਈ ਲੋੜ ਨਹੀਂ ਜਾਣ ਦੀ, ਅਸੀਂ ਨਹੀਂ ਆਉਂਦੇ। ਮੈਨੂੰ ਬਾਦਸ਼ਾਹ ਪਾਸ ਜਾਣ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕੋਈ ਲੋੜ ਨਹੀਂ, ਜੇਕਰ ਬਾਦਸ਼ਾਹ ਨੂੰ ਲੋੜ ਹੈ ਤਾਂ ਖੁਦ ਚੱਲ ਕੇ ਆ ਜਾਵੇ। ਇਹ ਸੁਨੇਹਾ ਸੁਣ ਕੇ ਬਾਦਸ਼ਾਹ ਆਪਣੇ ਪੀਰ ਨਿਜ਼ਾਮਤ ਖਾਨ ਅਤੇ ਸ਼ਾਹੀ ਕਾਜੀ ਤੇ ਫੌਜਾਂ ਸਮੇਤ ਉੱਥੇ ਪਹੁੰਚਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ। ਬਹੁਤ ਸਾਰੇ ਲੋਕ ਵੀ ਇਕੱਠੇ ਹੋ ਗਏ ਤੇ ਨਾਲ ਆ ਗਏ ਕਿ ਕਿਹੋ ਜਿਹਾ ਫਕੀਰ ਹੈ ਜਿਸ ਨੇ ਹਾਥੀ ਜਿਉਂਦਾ ਕਰ ਦਿੱਤਾ। ਇਹ ਇਕੱਠ ਕਰਕੇ ਲੋਕ ਵੀ ਆ ਗਏ ਨਾਲ। ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੇਰੇ ਸਾਹਮਣੇ ਇਸ ਹਾਥੀ ਨੂੰ ਮਾਰ ਕੇ ਦਿਖਾ, ਜਿਉਂਦਾ ਕਰ ਦਿੱਤਾ ਹੈ, ਮਾਰ ਕੇ ਦਿਖਾ। ਸਤਿਗੁਰਾਂ ਨੇ ਕਿਹਾ ਕਿ ਬਾਦਸ਼ਾਹ ਇਹ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ, ਜੇਕਰ ਕਰਤਾਰ ਦਾ ਹੁਕਮ ਹੀ ਅਜਿਹਾ ਹੈ ਤਾਂ ਫੇਰ ਮਰ ਜਾਏਗਾ, ਉਸ ਦੇ ਹੁਕਮ ਵਿੱਚ ਮਰੇਗਾ। ਉਸੇ ਦਿਨ ਹਾਥੀ ਫੇਰ ਉਸੇ ਟਾਈਮ ਮਰ ਗਿਆ। ਬਾਦਸ਼ਾਹ ਕਹਿਣ ਲੱਗਿਆ ਕਿ ਇਸ ਨੂੰ ਫੇਰ ਹੁਣ ਜਿਉਂਦਾ ਕਰੋ। ਸਤਿਗੁਰਾਂ ਨੇ ਕਿਹਾ ਕਿ ਹੁਣ ਇਹ ਜਿਉਂਦਾ ਨਹੀਂ ਹੋਵੇਗਾ। ਬਾਦਸ਼ਾਹ ਕਹਿਣ ਲੱਗਿਆ ਕਿ ਪਹਿਲਾਂ ਕਿਵੇਂ ਜਿਉਂਦਾ ਹੋ ਗਿਆ ਸੀ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਪਹਿਲਾਂ ਇਹ ਖੁਦਾ ਦਾ ਮਾਰਿਆ ਹੋਇਆ ਸੀ ਤੇ ਖੁਦਾ ਦੇ ਬੰਦੇ ਦੀ ਦੁਆ ਨਾਲ ਜਿਉਂਦਾ ਹੋ ਗਿਆ ਸੀ। ਹੁਣ ਖੁਦਾ ਦੇ ਬੰਦੇ ਨੇ ਮਾਰਿਆ ਹੈ, ਇਸ ਕਰਕੇ ਖੁਦਾ ਇਸ ਨੂੰ ਜਿਉਂਦਾ ਨਹੀਂ ਕਰੇਗਾ, ਕਿਉਂਕਿ ਖੁਦਾ ਆਪਣੇ ਬੰਦਿਆਂ ਦੇ ਬਚਨਾਂ ਦੀ ਲਾਜ ਰੱਖਦਾ ਹੈ। ਮਹਾਰਾਜ ਜੀ ਨੇ ਸਮਝਾਉਣਾ ਕੀਤਾ। ਕਹਿਣ ਲੱਗੇ ਬਾਦਸ਼ਾਹ ਗੁਰੂ ਜੀ ਦੀ ਬੇਮੁਹਤਾਜੀ ਅਤੇ ਕਰਾਮਾਤੀ ਬਰਕਤ ਤੋਂ ਪ੍ਰਭਾਵਿਤ ਹੋਇਆ। ਬਾਦਸ਼ਾਹ ਸੀ ਜੋ ਗੁਰੂ ਦੀ ਬੇਮੁਹਤਾਜੀ, ਕੋਈ ਉਸ ਦੀ ਮੁਹਤਾਜ ਨਹੀਂ ਮੰਨੀ ਕਿ ਮੈਂ ਨਹੀਂ ਚੱਲ ਕੇ ਆਉਂਦਾ, ਤੇ ਉਸ ਦੀ ਫਿਰ ਕਰਾਮਾਤੀ ਜਿਹੜੀ ਬਰਕਤ ਸੀ ਉਸ ਤੋਂ ਰਾਜਾ ਪ੍ਰਭਾਵਿਤ ਹੋਇਆ ਤੇ ਅੱਗੇ ਵਾਸਤੇ ਜ਼ੁਲਮ ਬੰਦ ਕਰਨ ਦਾ ਪਰਨ ਕੀਤਾ। ਕਹਿਣ ਲੱਗਿਆ ਨਹੀਂ ਤਾਂ ਪਹਿਲਾਂ ਸ਼ੰਖ ਵਜਾਉਣ ਵਾਲੇ ਦੇ ਮੂੰਹ ਵਿੱਚ ਗਊ ਦਾ ਹੱਡ ਦੇ ਦਿੰਦਾ ਸੀ ਇਹ ਰਾਜਾ, ਤੇ ਕਬੀਰ ਸਾਹਿਬ ਵਰਗੇ ਭਗਤ ਜਿਨ੍ਹਾਂ ਨੂੰ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਿਆ ਜਾਂਦਾ ਸੀ ਇਸ ਰਾਜੇ ਵੱਲੋਂ। ਸਤਿਗੁਰਾਂ ਨੇ ਇਸ ਕੋਲੋਂ ਅੱਗੇ ਵਾਸਤੇ ਜ਼ੁਲਮ ਨਾ ਕਰਨ ਦਾ ਪਰਨ ਕਰਾਇਆ ਕਿ ਕਹਿ ਇਸ ਤੋਂ ਬਾਅਦ ਮੈਂ ਜ਼ੁਲਮ ਨਹੀਂ ਕਰਦਾ, ਅਤੇ ਇਸ ਨੂੰ ਉਪਦੇਸ਼ ਦੇਣ ਲਈ ਬੈਰਾਗਮਈ ਸ਼ਬਦ ਉਚਾਰਨ ਕੀਤਾ ਤੇ ਨਾਮ ਦੀ ਮਹਿਮਾ ਵਰਣਨ ਕੀਤੀ। ਕਹਿਣ ਲੱਗੇ ਲੱਖ ਲਸ਼ਕਰ ਲੱਖ ਬਾਜੇ ਨੇਜੇ, ਲੱਖ ਉੱਠ ਕਰਹਿ ਸਲਾਮ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹੇ ਰਾਜਨ, ਜੇਕਰ ਲੱਖਾਂ ਹੀ ਫੌਜਾਂ ਦੇ ਮਾਲਕ ਬਣ ਜਾਈਏ, ਲੱਖਾਂ ਹੀ ਬਾਜੇ ਵੱਜਣ ਲੱਗ ਜਾਣ, ਲੱਖਾਂ ਹੀ ਨੇਜਾਂ ਵਾਲੇ ਸੂਰਮੇ ਦੁਆਰੇ ਤੇ ਖੜੇ ਹੋਣ, ਅਤੇ ਲੱਖ ਉੱਠ ਕਰਹਿ ਸਲਾਮ, ਲੱਖਾਂ ਹੀ ਮਨੁੱਖ ਉੱਠ ਕਰਕੇ ਖੜੇ ਹੋ ਕਰਕੇ ਨਮਸਕਾਰਾਂ ਕਰਨ, ਲੱਖਾਂ ਉੱਪਰ ਫਰਮਾਇਸ਼ ਤੇਰੀ। ਕਹਿਣ ਲੱਗੇ ਹੇ ਰਾਜਾ, ਜੇਕਰ ਤੇਰੀ ਲੱਖਾਂ ਪ੍ਰਾਣੀਆਂ ਉੱਤੇ, ਲੱਖਾਂ ਜੀਵਾਂ ਉੱਤੇ ਆਗਿਆ ਹਕੂਮਤ ਚੱਲ ਰਹੀ ਹੈ, ਅਤੇ ਲੱਖ ਉੱਠ ਰੱਖੇ ਮਾਨ, ਅਤੇ ਲੱਖਾਂ ਹੀ ਵੱਡੇ ਵੱਡੇ ਮਨੁੱਖ ਖੜੇ ਹੋ ਕੇ ਤੇਰਾ ਮਾਨ ਸਤਿਕਾਰ ਰੱਖਦੇ ਹੋਣ, ਪਰੰਤੂ ਜਾਂ ਪਤ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ। ਕਹਿਣ ਲੱਗੇ ਹੇ ਰਾਜਾ,
ਰਾਜਨ, ਜੇਕਰ ਪਰਮੇਸ਼ਰ ਦੇ ਦਰ ਉੱਪਰ ਤੇਰੀ ਪਤ ਇੱਜ਼ਤ ਪ੍ਰਵਾਨਗੀ ਵਿੱਚ ਨਹੀਂ ਪਈ, ਤਾਂ ਸਭ ਨਿਰਾਫਲ ਕਾਮ, ਤਾਂ ਤਾਦ ਤੇਰੇ ਇਹ ਸਾਰੇ ਕਾਮ ਕੰਮ ਨਿਰਾਫਲ ਅਸਫਲ ਹਨ, ਭਾਵ ਸਫਲੇ ਨਹੀਂ ਹਨ। ਹਰ ਕੇ ਨਾਮ ਬਿਨਾ ਜਗ ਧੰਦਾ, ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰਾ ਸੰਸਾਰ ਧੰਦਿਆਂ ਵਿੱਚ ਹੀ ਫਸਿਆ ਹੋਇਆ ਹੈ। ਸਾਰਾ ਸੰਸਾਰ ਧਾ ਜਾਣ ਵਾਲਾ ਹੈ। ਜੇ ਬਹੁਤਾ ਸਮਝਾਈਏ ਭੋਲਾ, ਮਹਾਰਾਜ ਜੀ ਕਹਿਣ ਲੱਗੇ ਜੇਕਰ ਭੋਲੇ ਮੂਰਖ ਜੀਵਾਂ ਨੂੰ ਬਹੁਤ ਜ਼ਿਆਦਾ ਸਮਝਾਉਣਾ ਵੀ ਕਰੀਏ, ਤਾਂ ਸਮਝਾਉਣਾ ਵੀ ਕਰੀਏ ਭੀ ਸੋ ਅੰਧੋ ਅੰਧਾ, ਤਾਂ ਭੀ ਬੌੜੋ, ਉਹ ਪੁਰਸ਼ ਅਗਿਆਨੀ ਹੋਣ ਕਰਕੇ ਅੰਧ ਤਾਈ ਵਾਲੇ ਹੀ ਕੰਮ ਕਰਦੇ ਹਨ। ਰਹਾਓ, ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ ਲੱਖ ਖੱਟੀਐ ਲੱਖ ਸੰਜੀਐ, ਖਾਜਹੇ ਲੱਖ ਆਵਹੇ ਲੱਖ ਜਾਹੇ। ਮਹਾਰਾਜ ਜੀ ਕਹਿਣ ਲੱਗੇ ਲੱਖ ਖੱਟੀਐ ਲੱਖ ਸੰਜੀਐ ਖਾਜਹੇ, ਕਿ ਲੱਖਾਂ ਹੀ ਰੁਪਈਆਂ ਦੀ ਖੱਟੀ ਖੱਟ ਲਈਏ, ਲੱਖਾਂ ਹੀ ਖਜ਼ਾਨੇ ਸੰਜੀਐ ਇਕੱਤਰ ਕਰ ਲਈਏ, ਲੱਖਾਂ ਹੀ ਪਦਾਰਥਾਂ ਨੂੰ ਖਾਜਹੇ ਖਾਣਾ ਕਰੀਏ, ਲੱਖ ਆਵੇ ਲੱਖ ਜਾਹੇ, ਲੱਖਾਂ ਦੀ ਹੀ ਅਮਾਨਤ ਆਵੇ ਅਤੇ ਲੱਖਾਂ ਹੀ ਪਦਾਰਥ ਹੋਰਨਾਂ ਨੂੰ ਦਿੱਤੇ ਜਾਣ। ਭਾਵ ਇਤਨਾ ਮਾਇਆ ਦਾ ਵਿਹਾਰ ਚੱਲ ਪਵੇ, ਪਰੰਤੂ ਜਾਂ ਪਤ ਲੇਖੈ ਨਾ ਪਵੈ, ਤਾਂ ਜੀ ਕਿੱਥੈ ਫਿਰ ਪਾਹੇ। ਮਹਾਰਾਜ ਜੀ ਕਹਿਣ ਲੱਗੇ ਜੇਕਰ ਵਾਹਿਗੁਰੂ ਦੇ ਦਰ ਉੱਪਰ ਤੇਰੀ ਇੱਜ਼ਤ ਪ੍ਰਵਾਨਗੀ ਵਿੱਚ ਨਾ ਪਈ, ਭਾਵ ਉਸ ਦੇ ਦਰ ਵਿੱਚ ਪ੍ਰਵਾਨ ਨਾ ਹੋਇਆ, ਤਾਦ ਫਿਰ ਤੇਰਾ ਜੀ ਕਿੱਥੈ ਫਿਰ ਪਾਹੇ, ਤਾਂ ਤੇਰਾ ਫਿਰ ਜੀਵ ਆਤਮਾ ਕਿਸ ਜਗ੍ਹਾ ਪਾਇਆ ਜਾਏਗਾ। ਭਾਵ ਛੁਟਕਾਰਾ ਤਾਂ ਹੋਣਾ ਨਹੀਂ, ਮੁੜ 84 ਲੱਖ ਜੂਨਾਂ ਵਿੱਚ ਹੀ ਪਾਇਆ ਜਾਵੇਗਾ। ਲੱਖ ਸ਼ਾਸਤਰ ਸਮਝਾਵਣੀ, ਲੱਖ ਪੰਡਤ ਪੜ੍ਹੇ ਪੁਰਾਣ। ਮਹਾਰਾਜ ਜੀ ਕਹਿਣ ਲੱਗੇ ਜੇ ਕੋਈ ਲੱਖਾਂ ਹੀ ਸ਼ਾਸਤਰਾਂ ਨੂੰ ਅਨੇਕਾਂ ਜੁਗਤੀਆਂ ਦੁਆਰਾ ਸਮਝਾਉਣਾ ਕਰੇ, ਲੱਖ ਪੰਡਤ ਪੜ੍ਹੇ ਪੁਰਾਣ ਅਤੇ ਲੱਖਾਂ ਹੀ ਪੰਡਤ ਵਿਦਵਾਨ ਪੁਰਾਣਾਂ ਦਾ ਪਾਠ ਪੜ੍ਹਨ ਵਾਲੇ ਹੋਣ, ਪਰੰਤੂ ਜਾਂ ਪਤ ਲੇਖੈ ਨਾ ਪਵੈ, ਤਾਂ ਸਭੇ ਕੋ ਪ੍ਰਵਾਨ। ਜੇਕਰ ਵਾਹਿਗੁਰੂ ਦੀ ਦਰਗਾਹ ਵਿੱਚ ਇੱਜ਼ਤ ਪ੍ਰਵਾਨਗੀ ਵਿੱਚ ਨਾ ਪਈ, ਤਾਂ ਸਭੇ ਕੋ ਪ੍ਰਵਾਨ, ਤਾਂ ਤਦ ਇਹ ਸਾਰੇ ਸ਼ਾਸਤਰਾਂ ਦਾ ਸਮਝਾਉਣਾ, ਪੁਰਾਣਾਂ ਦਾ ਪੜ੍ਹਨਾ ਆਦਿਕ ਕੁਪ੍ਰਵਾਨ ਆਪਰਵਾਨ ਹੀ ਹੈ। ਭਾਵ ਖੋਟੀ ਪ੍ਰਵਾਨਗੀ ਵਾਲੇ ਹਨ, ਕਬੂਲ ਨਹੀਂ ਹਨ। ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਫਿਰ ਇੱਜ਼ਤ ਕਿਸ ਪ੍ਰਕਾਰ ਪ੍ਰਵਾਨਗੀ ਵਿੱਚ ਪਵੇਗੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਸਚ ਨਾਮ ਪਤ ਊਪਜੈ, ਕਰਮ ਨਾਮ ਕਰਤਾਰ। ਮਹਾਰਾਜ ਜੀ ਕਹਿਣ ਲੱਗੇ ਹੇ ਰਾਜਨ, ਸੱਚੇ ਨਾਮ ਦੇ ਜਾਪਣ ਕਰਕੇ ਹੀ ਲੋਕ ਪਰਲੋਕ ਵਿੱਚ ਪਤ ਇੱਜ਼ਤ ਪੈਦਾ ਹੁੰਦੀ ਹੈ, ਪਰੰਤੂ ਕਰਮ ਨਾਮ ਕਰਤਾਰ, ਪਰੰਤੂ ਇਹ ਕਰਤਾਰ ਪਰਮੇਸ਼ਰ ਦਾ ਸੱਚਾ ਨਾਮ ਸਤਿਗੁਰਾਂ ਦੀ ਕਰਮ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਸੱਚ ਨਾਮ ਪਤ ਊਪਜੈ, ਕਰਮ ਨਾਮ ਕਰਤਾਰ। ਮਹਾਰਾਜ ਜੀ ਕਹਿਣ ਲੱਗੇ ਹੇ ਰਾਜਨ, ਸੱਚੇ ਨਾਮ ਦੇ ਜਪਣ ਕਰਕੇ ਹੀ ਲੋਕ ਪਰਲੋਕ ਵਿੱਚ ਇੱਜ਼ਤ ਪੈਦਾ ਹੁੰਦੀ ਹੈ, ਪਰੰਤੂ ਕਰਮ ਨਾਮ ਕਰਤਾਰ, ਇਹ ਕਰਤਾਰ ਪਰਮੇਸ਼ਰ ਦਾ ਸੱਚਾ ਨਾਮ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਅਹਨਿਸ ਹਿਰਦੈ ਜੇ ਵਸੈ, ਨਾਨਕ ਨਦਰੀ ਪਾਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੇਕਰ ਪਰਮੇਸ਼ਰ ਦਾ ਨਾਮ ਅਹਨਿਸ ਰਾਤ ਦਿਨ ਹਿਰਦੇ ਵਿੱਚ ਵਸ ਜਾਏ, ਤਾਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ
ਪਹੁੰਚ ਜਾਈਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਰਾਜੇ ਨੂੰ ਉਪਦੇਸ਼ ਦੇਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ, ਸੱਚ ਨਾਮ ਪਤ ਉਪਜੈ, ਕਰਮ ਨਾਮ ਕਰਤਾਰ, ਅਹਨਿਸ ਹਿਰਦੈ ਜੇ ਬਸੈ, ਨਾਨਕ ਨਦਰੀ ਪਾਰ। ਕਹਿਣ ਲੱਗੇ, ਹੇ ਰਾਜਨ, ਸੱਚੇ ਨਾਮ ਦੇ ਜਪਣ ਕਰਕੇ ਹੀ ਲੋਕ ਪਰਲੋਕ ਵਿੱਚ ਇੱਜ਼ਤ ਪੈਦਾ ਹੁੰਦੀ ਹੈ, ਪਰੰਤੂ ਇਹ ਪਰਮੇਸ਼ਰ ਦਾ ਸੱਚਾ ਨਾਮ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਜੇਕਰ ਪਰਮੇਸ਼ਰ ਦਾ ਨਾਮ ਰਾਤ ਦਿਨ ਹਿਰਦੇ ਵਿੱਚ ਵਸ ਜਾਏ ਤਾਂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਈਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ ਕਿ ਉਪਦੇਸ਼ ਸਭ ਨੂੰ ਸਾਂਝਾ ਹੈ, ਤੇ ਰਾਜੇ ਨੂੰ ਜੋ ਸਮਝਾਉਣਾ ਕੀਤਾ ਹੈ ਉਹ ਹਰ ਇੱਕ ਨੂੰ ਹੀ ਮੰਨਣਾ ਚਾਹੀਦਾ ਹੈ ਕਿ ਹੰਕਾਰ ਛੱਡ ਕੇ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ। ਫਿਰ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਣਾ ਹੈ। ਆਓ ਸਮਾਂ